ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕੋਰੋਨਾ ਵਾਇਰਸ ਸੰਬੰਧੀ ਅੰਕੜੇ, ਕਿੰਨੇ ਹੋਏ ਮਰੀਜ਼, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਮੁੜ ਤੋਂ ਹੋਏ ਠੀਕ। ਐਲਬਰਟਾ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਜਿਸ ਦੇ ਨਾਲ ਪਤਾ ਲੱਗੇਗਾ ਕਿੱਥੇ ਮੌਜੂਦ ਹੈ ਕੋਰੋਨਾ ਵਾਇਰਸ ਦਾ ਮਰੀਜ਼। ਦੱਸਾਂਗੇ ਅਹਿਮ ਗੱਲਾਂ ਜੋ ਇਸ ਐਪ ਦੇ ਬਾਰੇ ਜਾਣਨੀਆਂ ਬੇਹੱਦ ਜ਼ਰੂਰੀ। ਵਿੰਡਸਰ ਰਿਫਿਊਜੀ ਵੈਲਕਮ ਸੈਂਟਰ ਤੋਂ ਜਾ ਸਕਦੀਆਂ ਨੇ ਕਈ ਨੌਕਰੀਆਂ ਤੇ ਕਈ ਹੋ ਸਕਦੇ ਨੇ ਬੇਘਰ, ਵਿੱਤੀ ਪੱਧਰ ਤੇ ਵੱਡੀ ਚੁਣੌਤੀ। ਥੰਡਰ ਬੇ ਵਿੱਚ ਵਾਲਮਾਰਟ ਦੇ ਕਾਮੇ ਨੂੰ ਹੋਇਆ ਕੋਰੋਨਾ ਵਾਇਰਸ, ਵਸਨੀਕਾਂ ਦੇ ਲਈ ਜਾਣਕਾਰੀ ਸਮੇਤ ਚੇਤਾਵਨੀ ਜਾਰੀ। ਨੋਵਾ ਸਕੋਸ਼ੀਆ ਵਿੱਚ ਅੱਜ ਤੋਂ ਖੁੱਲ੍ਹ ਗਏ ਨੇ ਕਈ ਬਿਜ਼ਨਸ ਤੇ ਪਾਰਕਾਂ। ਸਟੀਵ ਨੈਸ਼ ਫਿਟਨੈਸ ਕਲੱਬ ਬੰਦ ਹੋਣ ਦੇ ਬਾਵਜੂਦ ਮੈਂਬਰਸ ਦੀ ਘੱਟ ਰਿਹਾ ਫੀਸ। ਦੂਜੇ ਪਾਸੇ ਖੁਦ ਨੂੰ ਦੀਵਾਲੀਆ ਐਲਾਨਣ ਲਈ ਅਰਜ਼ੀ ਦੇ ਚੁੱਕੀ ਹੈ ਕੰਪਨੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੀ $1000 ਦੀ ਮਦਦ ਦਿੱਤੀ ਜਾਣੀ ਸ਼ੁਰੂ। ਦੱਸਾਂਗੇ ਕਿਵੇਂ ਕਰਨਾ ਹੈ ਅਪਲਾਈ। CERB ਲਈ ਯੋਗਤਾ ਨਾ ਰੱਖਣ ਤੇ ਵੀ ਅਪਲਾਈ ਕਰ ਰਹੇ ਨੇ ਲੋਕ, ਬਾਅਦ ਵਿੱਚ ਕਰਨਾ ਪੈ ਸਕਦਾ ਹੈ ਮੋਟਾ ਭੁਗਤਾਨ। ਮੋਟਰਸਾਈਕਲ ਚਾਲਕਾਂ ਦੇ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅਹਿਮ ਜਾਣਕਾਰੀ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਭਰ ਦੇ ਅੰਕੜਿਆਂ ਤੋਂ। ਹੁਣ ਤੁਹਾਨੂੰ ਦੱਸਾਂਗੇ ਕਿ ਹਰ ਸੂਬੇ ਦੇ ਵਿੱਚ ਆਖਿਰ ਅੰਕੜੇ ਕਿੰਨੇ ਹੋ ਚੁੱਕੇ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 55,061 ਮਰੀਜ਼ ਹੋ ਚੁੱਕੇ ਨੇ ਕੋਰੋਨਾ ਵਾਇਰਸ ਦੇ, 3391 ਮੌਤਾਂ ਹੋ ਚੁੱਕੀਆਂ ਨੇ ਤੇ 22,361 ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਵਿੱਚ ਮਰੀਜ਼ਾਂ ਦੀ ਗਿਣਤੀ 5573 ਹੋ ਗਈ ਹੈ, 92 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2145 ਹੋ ਗਈ ਹੈ, 112 ਮੌਤਾਂ ਹੋ ਗਈਆਂ। ਮੈਨੀਟੋਬਾ ਵਿੱਚ 279 ਹੋ ਗਈ ਹੈ, 6 ਮੌਤਾਂ ਹੋਈਆਂ ਨੇ। ਨਿਊ ਬਰੰਸਵਿਕ ਵਿੱਚ 118 ਹੋਈ ਹੈ। ਨਿਊ ਫਾਊਂਡਲੈਂਡ ਵਿੱਚ 259 ਹੋਈ ਹੈ, 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਵਿੱਚ 959 ਹੋਈ ਹੈ, 29 ਮੌਤਾਂ ਹੋਈਆਂ ਨੇ। ਓਨਟਾਰੀਓ ਵਿੱਚ 16,608 ਹੋਈ ਹੈ, 1237 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ 27 ਹੋਈ ਹੈ। ਕਿਊਬੈਕ ਵਿੱਚ 28,648 ਗਿਣਤੀ ਹੋ ਗਈ ਹੈ ਤੇ 2022 ਮੌਤਾਂ ਹੋ ਗਈਆਂ ਨੇ। ਸਸਕੈਚੁਅਨ ਵਿੱਚ 415 ਮਾਮਲੇ ਹੋ ਗਏ ਨੇ, 6 ਮੌਤਾਂ ਹੋ ਗਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 5 ਮਾਮਲੇ ਹੋ ਗਏ ਨੇ। ਨੂਨਾਵਤ ਦੇ ਵਿੱਚ 1 ਮਾਮਲਾ ਹੈ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਐਲਬਰਟਾ ਸਰਕਾਰ ਨੇ ਇੱਕ ਐਪਲੀਕੇਸ਼ਨ ਲਾਂਚ ਕੀਤੀ ਹੈ AB ਟਰੇਸ ਟੂਗੈਦਰ। ਇਸ ਵਿੱਚ ਐਲਬਰਟਾ ਵਾਸੀਆਂ ਦੇ ਵਾਸਤੇ ਇੱਕ ਸਹੂਲਤ ਹੋਵੇਗੀ ਕਿ ਜੇਕਰ ਕਿਸੇ ਵੀ ਤੰਦਰੁਸਤ ਐਲਬਰਟਾ ਵਾਸੀ ਦੇ ਕੋਲ ਕੋਈ ਵੀ ਕੋਰੋਨਾ ਵਾਇਰਸ ਦਾ ਮਰੀਜ਼ ਆ ਜਾਂਦਾ ਹੈ, ਉਸ ਘੇਰੇ ਦੇ ਸੰਪਰਕ ਵਿੱਚ ਆ ਜਾਂਦਾ ਹੈ ਜਿੱਥੋਂ ਉਸ ਨੂੰ ਕੋਰੋਨਾ ਵਾਇਰਸ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ, ਤਾਂ ਤੁਰੰਤ ਐਲਬਰਟਾ ਦਾ ਸਿਹਤ ਵਿਭਾਗ ਉਸ ਤੰਦਰੁਸਤ ਵਿਅਕਤੀ ਨੂੰ ਫੋਨ ਕਰਕੇ ਇਤਲਾਹ ਕਰੇਗਾ ਤੇ ਨਾਲ ਹੀ 14 ਦਿਨ ਲਈ ਵੱਖਰੇ ਤੌਰ ਦੇ ਉੱਤੇ ਰਹਿਣ ਦੇ ਲਈ ਕਹੇਗਾ, ਜਾਂ ਫਿਰ ਜੋ ਵੀ ਹਦਾਇਤਾਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹ ਦਿੱਤੀਆਂ ਜਾਣਗੀਆਂ। ਇਸ ਐਪਲੀਕੇਸ਼ਨ ਦੇ ਰਾਹੀਂ ਬਲੂਟੁੱਥ ਦੇ ਰਾਹੀਂ ਲੋਕੇਸ਼ਨ ਦੇਖੀ ਜਾਵੇਗੀ ਉਹਨਾਂ ਮਰੀਜ਼ਾਂ ਦੀ ਜੋ ਕਿ ਕੋਰੋਨਾ ਵਾਇਰਸ ਦੇ ਪੀੜਤ ਨੇ। ਐਲਬਰਟਾ ਦੀ ਚੀਫ ਮੈਡੀਕਲ ਆਫਿਸਰ ਨੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣੇ ਫੋਨ ਵਿੱਚ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਿਆ ਹੈ ਤੇ ਜਿੰਨੇ ਜ਼ਿਆਦਾ ਐਲਬਰਟਾ ਵਾਸੀ ਹੋ ਸਕਦੇ ਨੇ ਇਸ ਐਪਲੀਕੇਸ਼ਨ ਨੂੰ ਆਪਣੇ ਫੋਨ ਵਿੱਚ ਡਾਊਨਲੋਡ ਕਰ ਲੈਣ। AB ਟਰੇਸ ਟੂਗੈਦਰ ਇਸ ਐਪਲੀਕੇਸ਼ਨ ਦਾ ਨਾਮ ਹੈ, ਜਿਸ ਦੇ ਬਾਰੇ ਤੁਸੀਂ ਆਨਲਾਈਨ ਜਾ ਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਤੇ ਇੱਥੇ ਮੁੱਖ ਗੱਲਾਂ ਇਸ ਐਪਲੀਕੇਸ਼ਨ ਦੇ ਬਾਰੇ ਨੇ ਉਹ ਤੁਹਾਨੂੰ ਹੁਣ ਮੈਂ ਦੱਸਾਂਗੀ। ਇਸ ਦੇ ਵਿੱਚ ਐਲਬਰਟਾ ਸਰਕਾਰ ਦੇ ਵੱਲੋਂ ਪਹਿਲਾਂ ਇਜਾਜ਼ਤ ਲਈ ਜਾਵੇਗੀ ਕਿ ਕੀ ਤੁਹਾਡੀ ਲੋਕੇਸ਼ਨ ਉਹ ਦੇਖ ਸਕਦੇ ਨੇ, ਤਾਂ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਆਪਣੇ ਵੱਲੋਂ ਇਜਾਜ਼ਤ ਦੇਵੋਗੇ ਜਦੋਂ, ਤਾਂ ਉਹ ਦੇਖ ਸਕਣਗੇ ਕਿ ਤੁਸੀਂ ਕਿੱਥੇ ਫਿਰ ਰਹੇ ਹੋ। ਬਲੂਟੁੱਥ ਦੇ ਜ਼ਰੀਏ ਲੋਕੇਸ਼ਨ ਦੇਖੀ ਜਾਵੇਗੀ। ਇਸ ਦੇ ਵਿੱਚ ਅਹਿਮ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਹੋਰ ਕੁਝ ਦੇਸ਼ਾਂ ਵੱਲੋਂ ਇਸ ਐਪਲੀਕੇਸ਼ਨ ਨੂੰ ਜਦੋਂ ਵਰਤਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਵਿਅਕਤੀਆਂ ਦੀ ਹੋਰ ਜ਼ਿਆਦਾ ਜਾਣਕਾਰੀ ਵੀ ਲਈ ਜਾਂਦੀ ਹੈ, ਪਰ ਇਸ ਦੇ ਵਿੱਚ ਪ੍ਰਾਈਵੇਸੀ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਕਿ ਜ਼ਿਆਦਾ ਜਾਣਕਾਰੀ ਸਰਕਾਰ ਦੇ ਵੱਲੋਂ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਹੈ ਕਿ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਕਿ ਇਹ ਐਪਲੀਕੇਸ਼ਨ ਉਹਨਾਂ ਨੂੰ ਡਾਊਨਲੋਡ ਕਰਨੀ ਹੀ ਪਵੇਗੀ। ਇਹ ਮਰਜ਼ੀ ਦੇ ਮੁਤਾਬਕ ਕਰ ਸਕਦੇ ਨੇ। ਤੇ ਦੂਜੀ ਗੱਲ, ਐਲਬਰਟਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਜਦੋਂ ਉਹ ਫੋਨ ਕਰਕੇ ਦੱਸਣਗੇ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਮੌਜੂਦ ਹੋ ਜਿਸ ਨੂੰ ਕੋਰੋਨਾ ਵਾਇਰਸ ਹੋ ਚੁੱਕਿਆ ਹੈ, ਤਾਂ ਇਸ ਦੌਰਾਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਦੇਣ ਦੇ ਵਾਸਤੇ ਨਹੀਂ ਕਿਹਾ ਜਾਵੇਗਾ, ਕਿਉਂਕਿ ਜਦੋਂ ਅਜਿਹੀਆਂ ਸਰਵਿਸਿਜ਼ ਸ਼ੁਰੂ ਹੁੰਦੀਆਂ ਨੇ ਤਾਂ ਦੂਜੇ ਪਾਸੇ ਕ੍ਰਾਈਮ ਹੋਣੇ ਵੀ ਸ਼ੁਰੂ ਹੋ ਜਾਂਦੇ ਨੇ ਕਿ ਗਲਤ ਵਰਤੋਂ ਇਸ ਦੀ ਕੀਤੀ ਜਾਂਦੀ ਹੈ। ਤਾਂ ਹੋ ਸਕਦਾ ਹੈ ਕਿ ਐਲਬਰਟਾ ਸਰਕਾਰ ਦੇ ਵਿਭਾਗ ਵੱਲੋਂ ਬਣ ਕੇ ਕੋਈ ਫੋਨ ਕਰੇ
ਤੇ ਕਹੇ ਕਿ ਤੁਸੀਂ ਆਪਣੀ ਆਹ ਜਾਣਕਾਰੀ ਦੇ ਦਿਓ, ਤੁਸੀਂ ਕਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ 'ਚ ਆ ਗਏ ਹੋ, ਤਾਂ ਅਜਿਹਾ ਬਿਲਕੁਲ ਨਾ ਕੀਤਾ ਜਾਵੇ। ਇਸ ਦੇ ਵਿੱਚ ਅਲਬਰਟਾ ਸਰਕਾਰ ਨੇ ਕਿਹਾ ਕਿ ਜੋ ਉਹਨਾਂ ਦਾ ਅਫੀਸ਼ੀਅਲ ਨੰਬਰ ਹੈ ਉਸ ਤੋਂ ਹੀ ਤੁਹਾਨੂੰ ਫੋਨ ਆਵੇਗਾ ਤੇ ਇਸ ਦੇ ਵਿੱਚ ਕੋਈ ਵੀ ਤੁਹਾਡੀ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਵੇਗੀ। ਕੋਈ ਵੀ ਸਿਹਤ ਵਿਭਾਗ ਦਾ ਕੰਮ ਆ ਤੁਹਾਡੇ ਤੋਂ ਤੁਹਾਡੇ ਨਾ ਸਿਨ ਨੰਬਰ, ਨਾ ਹੀ ਕੋਈ ਕ੍ਰੈਡਿਟ ਕਾਰਡ ਨੰਬਰ, ਨਾ ਹੀ ਤੁਹਾਡਾ ਐਡਰੈਸ, ਨਾ ਈਮੇਲ, ਕੋਈ ਵੀ ਜਾਣਕਾਰੀ ਨਹੀਂ ਮੰਗੇਗਾ। ਅਤੇ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਅਹਿਮ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਉਹ ਕਿਹੜੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਜਾਂ ਜਿਹੜੇ ਕਰੋਨਾ ਵਾਇਰਸ ਮਰੀਜ਼ ਦੇ ਨੇੜੇ ਉਹ ਪਹੁੰਚ ਗਿਆ ਸੀ ਉਹਦਾ ਨਾਮ ਕੀ ਸੀ ਜਾਂ ਉਹ ਕੌਣ ਸੀ। ਤਾਂ ਇਸ ਮੌਕੇ ਪ੍ਰਾਈਵੇਸੀ ਦਾ ਧਿਆਨ ਜ਼ਰੂਰ ਰੱਖਿਆ ਜਾਵੇਗਾ ਕਰੋਨਾ ਵਾਇਰਸ ਮਰੀਜ਼ਾਂ ਦੀ। ਪਰ ਇਸ ਦੇ ਨਾਲ ਸਰਕਾਰ ਨੇ ਕਿਹਾ ਕਿ ਕੋਵਿਡ-19 ਦੇ ਜਿਹੜੇ ਗਿਣਤੀ ਹੈ ਮਰੀਜ਼ਾਂ ਦੀ ਤੇ ਕੋਵਿਡ-19 ਦੇ ਹੋਰ ਫੈਲਣ ਨੂੰ ਘੱਟ ਕੀਤਾ ਜਾ ਸਕਦਾ ਹੈ। ਤੇ ਉਧਰ ਵਿੰਡਸਰ ਦੇ ਵਿੱਚ ਇੱਕ ਰਿਫਿਊਜੀ ਸੈਂਟਰ ਹੈ, ਮੈਥਿਊ ਰਿਫਿਊਜੀ ਵੈਲਕਮ ਸੈਂਟਰ, ਜਿਨ੍ਹਾਂ ਦੇ ਵੱਲੋਂ ਇਸ ਸਮੇਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ ਮਹੀਨੇ ਤੋਂ ਉਹਨਾਂ ਨੂੰ ਡੋਨੇਸ਼ਨਸ ਦੇ ਵਿੱਚ ਭਾਰੀ ਕਮੀ ਆਈ ਹੈ। ਮਾਰਚ ਮਹੀਨੇ ਤੋਂ ਬਾਅਦ ਕੋਵਿਡ-19 ਦੇ ਕਰਕੇ 65% ਤੱਕ ਡੋਨੇਸ਼ਨ ਘਟ ਗਏ ਨੇ, ਜਿਸ ਕਰਕੇ ਉਸ ਸੈਂਟਰ ਨੂੰ ਚਲਾਉਣਾ ਹੁਣ ਬਹੁਤ ਮੁਸ਼ਕਿਲ ਹੋ ਗਿਆ, ਜਿਸ ਦੇ ਵਿੱਚ ਰਿਫਿਊਜੀ ਪਰਿਵਾਰਾਂ ਨੂੰ ਜਾਂ ਲੋੜਵੰਦਾਂ ਨੂੰ ਰੱਖਿਆ ਜਾਂਦਾ ਹੈ। ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਟਾਫ ਮੈਂਬਰਸ ਨੂੰ ਨੌਕਰੀ ਤੋਂ ਹਟਾਉਣ ਦਾ ਕੰਮ ਉਹ ਸ਼ੁਰੂ ਕਰ ਸਕਦੇ ਨੇ, ਜਿਸ ਦੇ ਵਿੱਚ ਅਜਿਹੀ ਨੌਬਤ ਆ ਸਕਦੀ ਹੈ ਤਾਂ ਨਾਲ ਹੀ 55 ਦੇ ਕਰੀਬ ਵਿਅਕਤੀ ਬੇਘਰ ਵੀ ਹੋ ਸਕਦੇ ਨੇ ਜੋ ਉੱਥੇ ਰਹਿੰਦੇ ਨੇ। ਤੇ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਕਿ ਡੋਨੇਸ਼ਨ ਕਿਸੇ ਤਰ੍ਹਾਂ ਹੋ ਸਕੇ ਤਾਂ ਉਹਨਾਂ ਨੂੰ ਦਿੱਤਾ ਜਾਵੇ, ਕਿਉਂਕਿ ਜੋ ਕੋਵਿਡ-19 ਦੇ ਦੌਰਾਨ ਹਾਲਾਤ ਬਣੇ ਨੇ ਉਸ ਨੂੰ ਦੇਖਦੇ ਹੋਏ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਵਿਅਕਤੀਆਂ ਦੀ ਦੇਖਭਾਲ ਵੀ ਕਰਨੀ ਹੈ ਤੇ ਉਹਨਾਂ ਦੇ ਰਹਿਣ ਸਹਿਣ ਦਾ ਵੀ ਦੇਖਣਾ ਹੈ ਤਾਂ ਇਸ ਦੌਰਾਨ ਖਰਚੇ ਦੀ ਲੋੜ ਪੈਂਦੀ ਹੈ ਤੇ ਉਹ ਸਾਰਾ ਖਰਚਾ ਡੋਨੇਸ਼ਨਸ ਦੇ ਉੱਤੇ ਨਿਰਭਰ ਕਰਦਾ ਸੀ। ਪਰ ਹੁਣ ਜਦੋਂ ਡੋਨੇਸ਼ਨਸ ਆਉਣੇ ਬੰਦ ਹੋ ਗਏ ਨੇ ਤਾਂ ਇਸ ਮੌਕੇ ਸੈਂਟਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਗਲੀ ਖਬਰ ਹੈ ਕਿ ਥੰਡਰ ਬੇ ਵਿੱਚ ਇੱਕ ਵਾਲਮਾਰਟ ਦੇ ਕਾਮੇ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਥੰਡਰ ਬੇ ਦੇ ਵਿੱਚ ਵਸਨੀਕਾਂ ਦੇ ਵਾਸਤੇ ਖਾਸ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਥੰਡਰ ਬੇ ਵਿੱਚ ਵਾਲਮਾਰਟ ਦੇ ਕਾਮੇ ਨੂੰ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪੁਸ਼ਟੀ ਹੋਈ ਹੈ ਕਿ ਉਹ ਕਰੋਨਾ ਵਾਇਰਸ ਦਾ ਮਰੀਜ਼ ਹੈ। ਥੰਡਰ ਬੇ ਡਿਸਟ੍ਰਿਕਟ ਹੈਲਥ ਯੂਨਿਟ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੈਮੋਰੀਅਲ ਐਵੇਨਿਊ ਦੇ ਉੱਤੇ ਮੌਜੂਦ ਵਾਲਮਾਰਟ ਵਿੱਚ ਇੱਕ ਕਾਮੇ ਨੂੰ ਕੋਵਿਡ-19 ਤੋਂ ਪੀੜਤ ਪਾਏ ਜਾਣ ਤੋਂ ਬਾਅਦ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਐਲਾਨ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅਪ੍ਰੈਲ 23 ਤੋਂ ਲੈ ਕੇ ਅਪ੍ਰੈਲ 26 ਤੱਕ ਜਿਹੜਾ ਵੀ ਗ੍ਰਾਹਕ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3:30 ਵਜੇ ਤੱਕ ਵਾਲਮਾਰਟ ਦੇ ਅੰਦਰ ਆਇਆ ਹੋਵੇ ਉਸ ਨੂੰ ਕਰੋਨਾ ਵਾਇਰਸ ਹੋਣ ਦਾ ਖਤਰਾ ਹੋ ਸਕਦਾ ਹੈ। ਇਸ ਸੰਬੰਧੀ ਅੱਗੇ ਤੋਂ ਅੱਗੇ ਜਾਣਕਾਰੀ ਦੇਣ ਦੇ ਵਾਸਤੇ ਵੀ ਕਿਹਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 8076255900 ਦੇ ਉੱਤੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਥੰਡਰ ਬੇ ਵਿੱਚ ਸਿਹਤ ਵਿਭਾਗ ਨਾਲ ਸੰਬੰਧਿਤ ਫੋਨ ਨੰਬਰ ਹੈ, ਜਿਸ ਦੇ ਉੱਤੇ ਫੋਨ ਕਰਕੇ ਹੋਰ ਜਾਣਕਾਰੀ ਇਸ ਦੇ ਉੱਤੇ ਲਈ ਜਾ ਸਕਦੀ ਹੈ। ਕਿਉਂਕਿ ਵਾਲਮਾਰਟ ਦੇ ਵਿੱਚ ਵੱਡੀ ਗਿਣਤੀ 'ਚ ਗ੍ਰਾਹਕ ਹਰ ਰੋਜ਼ ਆਉਂਦੇ ਨੇ ਤੇ ਇਸ ਸੰਬੰਧੀ ਉੱਥੇ ਕਾਮੇ ਨੂੰ ਕਰੋਨਾ ਵਾਇਰਸ ਪਾਏ ਜਾਣ ਦੇ ਉੱਤੇ ਸਭ ਦੇ ਵਾਸਤੇ ਖਤਰਾ ਬਣ ਗਿਆ। ਕਿ ਵੱਖੋ-ਵੱਖਰੇ ਸੂਬੇ ਕਰੋਨਾ ਵਾਇਰਸ ਦੇ ਕਾਰਨ ਜਿਵੇਂ ਕਿ ਹਾਲਾਤ ਦੇ ਵਿੱਚ ਸੁਧਾਰ ਹੁੰਦਾ ਜਾਪ ਰਿਹਾ ਹੈ ਤਾਂ ਵੱਖੋ-ਵੱਖਰੇ ਬਿਜ਼ਨਸ ਤੇ ਪਾਰਕਸ ਨੂੰ ਖੋਲ੍ਹਣ ਦਾ ਐਲਾਨ ਕਰ ਰਹੇ ਨੇ, ਜੋ ਕਿ ਜ਼ਿਆਦਾਤਰ ਸੂਬੇ ਅਗਲੇ ਹਫ਼ਤੇ ਤੋਂ ਖੋਲ੍ਹਣਗੇ। ਅਲਬਰਟਾ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ, ਓਨਟਾਰੀਓ ਨੇ ਵੀ ਅੱਜ ਇਹੋ ਕਹਿ ਦਿੱਤਾ ਤਾਂ ਉਧਰ ਨੋਵਾ ਸਕੋਸ਼ੀਆ ਦੇ ਵਿੱਚ ਅੱਜ ਤੋਂ ਕਈ ਪਾਰਕਸ ਤੇ ਨਾਲ ਹੀ ਕਈ ਬਿਜ਼ਨਸ ਖੁੱਲ੍ਹ ਗਏ ਨੇ। ਨੋਵਾ ਸਕੋਸ਼ੀਆ ਵਿੱਚ ਅੱਜ ਤੋਂ ਕਈ ਬਿਜ਼ਨਸ ਤੇ ਕਈ ਪਾਰਕਸ ਤੇ ਹੋਰ ਕਈ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ ਨੇ। ਕਰੋਨਾ ਵਾਇਰਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਕਾਬੂ ਇਸ ਦੇ ਉੱਤੇ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹਾਲਾਤ ਵਿੱਚ ਸੁਧਾਰ ਹੁੰਦੇ ਦੇਖਦੇ ਹੋਏ ਸੂਬੇ ਨੇ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਤੋਂ ਮਿਊਨਿਸਪਲ ਪਾਰਕਸ ਤੇ ਪ੍ਰੋਵਿੰਸ਼ੀਅਲ ਪਾਰਕਸ ਖੋਲ੍ਹ ਦਿੱਤੀਆਂ ਗਈਆਂ ਨੇ ਤੇ ਟ੍ਰੇਲਸ ਵੀ ਖੋਲ੍ਹ ਦਿੱਤੀਆਂ ਗਈਆਂ ਨੇ। ਪਰ ਪਲੇਗਰਾਊਂਡ ਹਜੇ ਨਹੀਂ ਖੋਲ੍ਹੇ ਗਏ। ਪਲੇਗਰਾਊਂਡ ਜਿਸ ਦੇ ਵਿੱਚ ਸਮਾਨ ਹੋਵੇ ਕਿ ਬੱਚਿਆਂ ਵੱਲੋਂ ਵਰਤਿਆ ਜਾਂਦਾ ਹੈ ਤੇ ਉਹ ਵੀ ਸਾਰਾ ਕੁਝ ਬੰਦ ਪਿਆ, ਉਹ ਨਹੀਂ ਹਜੇ ਖੋਲ੍ਹਿਆ ਗਿਆ। ਪਰ ਫਿਸ਼ਿੰਗ ਕਰ ਸਕਦੇ ਨੇ, ਉਹ ਖੋਲ੍ਹ ਦਿੱਤਾ ਗਿਆ ਤੇ ਨਾਲ ਹੀ ਬੋਟਿੰਗ ਵੀ ਕੀਤੀ ਜਾ ਸਕਦੀ ਹੈ, ਉਹ ਵੀ ਖੋਲ੍ਹ ਦਿੱਤਾ ਗਿਆ। ਪਰ ਇਸ ਦੇ ਨਾਲ ਹੀ ਨੋਵਾ ਸਕੋਸ਼ੀਅਨਸ ਨੂੰ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਉਹ ਕਮਿਊਨਿਟੀ ਗਾਰਡਨਸ ਦੇ ਵਿੱਚ ਤਾਂ ਜਾ ਸਕਦੇ ਨੇ ਪਰ ਇਕੱਠਿਆਂ ਨਹੀਂ ਜਾ ਸਕਦੇ। ਉਹਨਾਂ ਨੂੰ ਅਲੱਗ-ਅਲੱਗ ਹੀ ਰਹਿਣਾ ਪਵੇਗਾ, ਜਿਵੇਂ ਸੋਸ਼ਲ ਡਿਸਟੈਂਸਿੰਗ ਮੁਤਾਬਕ ਹਦਾਇਤਾਂ ਨੇ ਉਹ ਮੰਨਣੀਆਂ ਪੈਣਗੀਆਂ। ਪਰ ਇਸ ਦੌਰਾਨ ਨਰਸਰੀਜ਼ ਵੀ ਖੋਲ੍ਹ ਦਿੱਤੀਆਂ ਗਈਆਂ ਨੇ ਤੇ ਬਾਗਬਾਨੀ ਦੇ ਨਾਲ ਜੁੜੇ ਹੋਏ ਹੋਰ ਵਪਾਰ ਵੀ ਖੋਲ੍ਹ ਦਿੱਤੇ ਗਏ ਨੇ। ਗੋਲਫ ਡਰਾਈਵਿੰਗ ਰੇਂਜ ਜਿਹੜੇ ਉਹ ਖੋਲ੍ਹੇ ਗਏ ਨੇ ਪਰ ਗੋਲਫ ਕਲੱਬ ਹਜੇ ਬੰਦ ਨੇ। ਇਸ ਦੇ ਨਾਲ ਹੀ ਕਾਟੇਜ ਨੇ ਜਿਹੜੇ ਲੋਕ ਆਪਣੇ ਕਾਟੇਜਸ ਦੇ ਵਿੱਚ ਜਾ ਸਕਦੇ ਨੇ, ਪਰ ਇਸ ਦੇ ਲਈ ਹਦਾਇਤ ਲਾਈ ਗਈ ਹੈ ਕਿ ਆਪਣੀ ਕਾਰ ਦੇ ਵਿੱਚ ਕਾਟੇਜ ਤੱਕ ਜਾਣਾ ਹੈ ਸਿਰਫ ਆਪਣੇ ਪਰਿਵਾਰ ਦੇ ਨਾਲ ਤੇ ਮੁੜ ਤੋਂ ਉੱਥੋਂ ਵਾਪਸ ਆ ਜਾਣਾ ਹੈ, ਕਿਤੇ ਹੋਰ ਰੁਕਣਾ ਜਾਂ ਫਿਰ ਕਿਤੇ ਹੋਰ ਉਤਰ ਕੇ ਨਹੀਂ ਜਾਣਾ ਹੈ। ਇਸ ਦੇ ਨਾਲ ਹੀ ਪ੍ਰੋਵਿੰਸ਼ੀਅਲ ਤੇ ਪ੍ਰਾਈਵੇਟ ਕੈਂਪ ਗਰਾਊਂਡਸ ਬੰਦ ਰਹਿਣਗੇ
ਜਿਸ ਦੇ ਵਾਸਤੇ ਹਜੇ ਕੋਈ ਐਲਾਨ ਨਹੀਂ ਕੀਤਾ ਗਿਆ। ਜਿਹੜੀਆਂ ਵੀ ਧਾਰਮਿਕ ਥਾਵਾਂ ਨੇ ਉੱਥੇ ਸਿਰਫ ਕਾਰਾਂ ਦੇ ਰਾਹੀਂ ਜਾਣ ਦੀ ਇਜਾਜ਼ਤ ਹੈ, ਕਾਰਾਂ ਦੇ ਵਿੱਚੋਂ ਉਤਰਨ ਦੀ ਇਜਾਜ਼ਤ ਨਹੀਂ ਹੈ ਤੇ ਨਾਲ ਹੀ 2 ਮੀਟਰ ਦੀ ਦੂਰੀ ਕਾਰਾਂ ਦੀ ਵੀ ਬਣਾਏ ਰੱਖਣ ਦੇ ਵਾਸਤੇ ਕਿਹਾ ਗਿਆ ਹੈ। ਸਟੀਵ ਨੈਸ਼ ਫਿਟਨੈਸ ਕਲੱਬ ਦੇ ਬਾਰੇ ਜਿਵੇਂ ਕਿ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਕਿਵੇਂ $35 ਮਿਲੀਅਨ ਇੱਕ ਬੈਂਕ ਨੂੰ ਦੇਣਾ ਉਹਨਾਂ ਨੇ, ਤਾਂ ਦੂਜੇ ਪਾਸੇ ਹੁਣ ਫਿਟਨੈਸ ਕਲੱਬ ਦੇ ਬਾਰੇ ਜਦੋਂ ਇਸ ਨੂੰ ਵੇਚਣ ਦੇ ਬਾਰੇ ਕੰਪਨੀ ਵੱਲੋਂ ਕਿਹਾ ਗਿਆ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਬੇਸ਼ੱਕ ਫਿਟਨੈਸ ਕਲੱਬ ਬੰਦ ਪਏ ਨੇ, ਕੋਈ ਸਰਵਿਸ ਨਹੀਂ ਦਿੱਤੀ ਜਾ ਰਹੀ, ਪਰ ਫਿਰ ਵੀ ਉਹ ਆਪਣੇ ਮੈਂਬਰਸ ਦੀ ਫੀਸ ਕੱਟ ਰਹੇ ਨੇ। ਤਾਂ ਦੂਜੇ ਪਾਸੇ ਇਸੇ ਕੰਪਨੀ ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨਣ ਵਾਸਤੇ ਅਰਜ਼ੀ ਵੀ ਪਾਈ ਹੋਈ ਹੈ। ਸਟੀਵ ਨੈਸ਼ ਫਿਟਨੈਸ ਵਰਲਡ ਐਂਡ ਸਪੋਰਟਸ ਕਲੱਬ ਦੇ ਮੈਂਬਰਸ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਸਮੇਂ ਕੰਪਨੀ ਵੱਲੋਂ ਬੇਸ਼ੱਕ ਕੋਈ ਵੀ ਸਰਵਿਸ ਨਹੀਂ ਦਿੱਤੀ ਜਾ ਰਹੀ, ਪਰ ਫਿਰ ਵੀ ਉਹਨਾਂ ਦੇ ਅਕਾਊਂਟਸ ਵਿੱਚੋਂ ਫੀਸ ਕੱਟੀ ਗਈ ਹੈ, ਜਿਸ ਦੇ ਉੱਤੇ ਉਹਨਾਂ ਨੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਕੰਪਨੀ ਵੱਲੋਂ ਉਹਨਾਂ ਨੂੰ ਇਸ ਸੰਬੰਧੀ ਕੋਈ ਜਵਾਬ ਹਜੇ ਤੱਕ ਨਹੀਂ ਆਇਆ। ਇੱਥੇ ਜ਼ਿਕਰਯੋਗ ਹੈ ਕਿ ਇੱਕ ਬੈਂਕ ਨੂੰ $35 ਮਿਲੀਅਨ ਵੀ ਕੰਪਨੀ ਦੇ ਵੱਲੋਂ ਦਿੱਤੇ ਜਾਣੇ ਨੇ ਤੇ ਇਸ ਕੰਪਨੀ ਦੇ ਦਰਜਨਾਂ ਫਿਟਨੈਸ ਕਲੱਬ ਨੇ ਜਿਨ੍ਹਾਂ ਦਾ ਕਿਰਾਇਆ ਵੀ ਪਿਛਲੇ ਮਹੀਨੇ ਤੋਂ ਨਹੀਂ ਦਿੱਤਾ ਗਿਆ। ਤਾਂ ਦੂਜੇ ਪਾਸੇ ਕੰਪਨੀ ਖੁਦ ਨੂੰ ਦੀਵਾਲੀਆ ਐਲਾਨਣ ਵਾਸਤੇ ਅਰਜ਼ੀ ਵੀ ਦੇ ਚੁੱਕੀ ਹੈ ਤੇ ਇਸੇ ਦੌਰਾਨ ਜਿੰਨੇ ਵੀ ਮੈਂਬਰ ਨੇ ਉਹਨਾਂ ਤੋਂ ਫੀਸ ਜ਼ਰੂਰ ਲਈ ਜਾ ਰਹੀ ਹੈ, ਜਦ ਕਿ ਕੰਪਨੀ ਨੇ ਆਪਣੇ 1500 ਕਾਮਿਆਂ ਨੂੰ ਪਹਿਲਾਂ ਹੀ ਕੰਮ ਤੋਂ ਕੱਢ ਦਿੱਤਾ ਹੈ। ਇਸ ਦੇ ਉੱਤੇ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਪ੍ਰਤੀ ਮੈਂਬਰ ਆਪਣੀ ਫੀਸ ਵੀ ਵਾਪਸ ਮੰਗ ਰਹੇ ਨੇ। ਜਿਵੇਂ ਕਿ CERB ਦਿੱਤਾ ਜਾਂਦਾ ਕਿ ਫੈਡਰਲ ਸਰਕਾਰ ਦੇ ਵੱਲੋਂ ਐਮਰਜੈਂਸੀ ਫੰਡ ਦਿੱਤਾ ਜਾ ਰਿਹਾ ਹੈ ਵੱਖਰੀਆਂ ਥਾਵਾਂ ਦੇ ਉੱਤੇ ਜਿੱਥੇ ਵੀ ਵਿਅਕਤੀ ਬੈਠੇ ਨੇ ਸਭ ਨੂੰ ਮਦਦ ਦਿੱਤੀ ਜਾ ਰਹੀ ਹੈ। ਤੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵੀ ਇਸ ਮੌਕੇ ਐਮਰਜੈਂਸੀ ਫੰਡ ਦੇਣ ਦਾ ਜੋ ਐਲਾਨ ਕਰ ਦਿੱਤਾ ਗਿਆ ਹੈ। ਅੱਜ ਤੋਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਅਪਲਾਈ ਕਰਨ ਵਾਸਤੇ www.gov.bc.ca/worker-benefit ਇਸ ਵੈਬਸਾਈਟ ਦੇ ਉੱਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਤੇ ਇਸ ਵਿੱਚ ਫੋਨ ਨੰਬਰ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਪਰ ਫੋਨ ਨੰਬਰ ਦੇ ਉੱਤੇ ਅਪਲਾਈ ਕਰਨ ਦਾ ਕੰਮ ਹੈ ਜੋ 4 ਮਈ ਤੋਂ ਬਾਅਦ ਸ਼ੁਰੂ ਹੋਵੇਗਾ। ਇਹ ਬੈਨੀਫਿਟ ਸਿਰਫ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਨੂੰ CERB ਵੀ ਮਿਲ ਰਹੀ ਹੈ, ਜਿਨ੍ਹਾਂ ਨੂੰ ਫੈਡਰਲ ਸਰਕਾਰ ਦੇ ਵੱਲੋਂ ਜਿਹੜੀ ਐਮਰਜੈਂਸੀ ਬੈਨੀਫਿਟ ਦੀ ਮਦਦ ਦਿੱਤੀ ਜਾ ਰਹੀ ਸੀ ਉਹ ਜਿਨ੍ਹਾਂ ਨੂੰ ਮਿਲ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਉਹਨਾਂ ਨੂੰ ਹੀ ਇਹ $1000 ਦੀ ਮਦਦ ਮਿਲਣੀ ਹੈ। ਜਦੋਂ ਉੱਥੇ ਅਪਲਾਈ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ $1000 ਤੁਹਾਡੇ ਅਕਾਊਂਟ ਦੇ ਵਿੱਚ ਜਾਂ ਹੋਰ ਜਿਹੜੇ ਵੀ ਜ਼ਰੀਏ ਰਾਹੀਂ ਤੁਸੀਂ ਅਪਲਾਈ ਕਰੋਗੇ ਉੱਥੇ ਪਹੁੰਚ ਜਾਵੇਗਾ। ਜਿਨ੍ਹਾਂ ਕੋਲ ਇੰਟਰਨੈਟ ਨਾ ਚੱਲ ਰਿਹਾ ਹੋਵੇ ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮੀ 4:30 ਵਜੇ ਤੱਕ 1855955345 ਦੇ ਉੱਤੇ ਫੋਨ ਕਰਕੇ ਵੀ ਅਪਲਾਈ ਕਰ ਸਕਦੇ ਨੇ ਜੇਕਰ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। ਪਰ ਜੇਕਰ ਉਹ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਨੇ, ਕਿਉਂਕਿ ਬਹੁਤ ਸਾਰੇ ਅਜਿਹੇ ਵੀ ਨੇ ਜੋ ਕਿ ਕੈਨੇਡਾ ਤੋਂ ਬੈਨੀਫਿਟ ਜਿਹੜਾ ਸਰਕਾਰ ਤੋਂ ਉਹ ਲੈ ਰਹੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ। ਜਿਵੇਂ ਜੇਕਰ ਤੁਸੀਂ ਇੰਡੀਆ ਵਿੱਚ ਬੈਠੇ ਹੋ ਬੈਨੀਫਿਟ ਲੈ ਰਹੇ ਹੋ ਤਾਂ ਤੁਸੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਵੀ ਜਿਹੜੀ ਮਦਦ ਲੈਣੀ ਹੈ ਉਸ ਦੇ ਵਾਸਤੇ 1778309463 ਇਹਦੇ ਉੱਤੇ ਫੋਨ ਕਰ ਸਕਦੇ ਹੋ ਜਾਂ ਫਿਰ ਆਨਲਾਈਨ ਅਪਲਾਈ ਕਰ ਸਕਦੇ ਹੋ। ਤੇ ਅਹਿਮ ਗੱਲ ਇਹ ਹੈ ਕਿ ਇਹ ਫੋਨ ਹੈ ਜੋ ਉਹ 1 ਮਈ ਤੋਂ ਬਾਅਦ 4 ਮਈ ਤੱਕ ਨਹੀਂ ਕੀਤਾ ਜਾ ਸਕਦਾ, ਉਸ ਤੋਂ ਬਾਅਦ ਕਰ ਸਕਦੇ ਹੋ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਤੁਹਾਨੂੰ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਰਾਹੀਂ ਤੁਸੀਂ ਜਾਣਕਾਰੀ ਲੈਣ ਵਾਸਤੇ 1 ਮਈ ਤੋਂ ਫੋਨ ਤਾਂ ਜ਼ਰੂਰ ਕਰ ਸਕਦੇ ਹੋ, ਪਰ ਜੇਕਰ ਤੁਸੀਂ ਅਪਲਾਈ ਕਰਨਾ ਹੈ ਫੋਨ ਰਾਹੀਂ ਤਾਂ ਉਹ 4 ਮਈ ਤੋਂ ਬਾਅਦ ਹੀ ਹੋਵੇਗਾ। 4 ਮਈ ਤੱਕ ਫੋਨ ਉੱਤੇ ਅਪਲਾਈ ਨਹੀਂ ਹੋਵੇਗਾ। ਤੇ ਇਸ ਸੰਬੰਧੀ ਅੱਜ ਐਲਾਨ ਕੀਤਾ ਗਿਆ ਤੇ ਤੁਸੀਂ ਅੱਗੇ ਤੋਂ ਅੱਗੇ ਵੀ ਇਸ ਦੀ ਜਾਣਕਾਰੀ ਹੈ ਜੋ ਦੇ ਸਕਦੇ ਹੋ ਤੇ ਜਿਨ੍ਹਾਂ ਨੂੰ ਵੀ ਲੋੜ ਹੋਵੇ ਉਹ ਅਪਲਾਈ ਕਰ ਸਕਦੇ ਨੇ। ਤੇ ਇਸ ਸੰਬੰਧੀ ਹੁਣ ਮਦਦ ਸ਼ੁਰੂ ਹੋ ਗਈ ਹੈ। CBC ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਜਦੋਂ ਉਹਨਾਂ ਨੇ ਇੰਟਰਵਿਊਜ਼ ਲਈਆਂ CERB ਦੇ ਵਿਭਾਗ ਨਾਲ ਜੁੜੇ ਵਿਅਕਤੀਆਂ ਤੋਂ ਤਾਂ ਉੱਥੇ ਜਾਣਕਾਰੀ ਸਾਹਮਣੇ ਆਈ ਤੇ ਕਿ ਬਹੁਤ ਸਾਰੇ ਕੈਨੇਡੀਅਨ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਮੌਕੇ CERB ਦੇ ਵਾਸਤੇ ਅਪਲਾਈ ਤਾਂ ਕਰ ਦਿੱਤਾ ਹੈ ਪਰ ਉਹ ਐਲੀਜੀਬਲ ਨਹੀਂ ਹੈਗੇ। ਪਰ ਇਸ ਦੌਰਾਨ CERB ਦਾ ਜੋ ਫੰਡ ਹੈ ਉਹ ਉਹਨਾਂ ਨੂੰ ਮਿਲ ਤਾਂ ਰਿਹਾ ਹੈ ਪਰ ਬਾਅਦ ਵਿੱਚ ਉਹਨਾਂ ਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਵਿੱਚ ਕਈ ਉਦਾਹਰਨਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਕਈ ਪਰਿਵਾਰਾਂ ਦੇ ਵਿੱਚੋਂ ਇੱਕੋ ਪਰਿਵਾਰ ਦੇ 3-3 ਮੈਂਬਰਾਂ ਜਾਂ 4-4 ਮੈਂਬਰਾਂ ਦੇ ਵੱਲੋਂ ਵੀ CERB ਅਪਲਾਈ ਕੀਤਾ ਗਿਆ, ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਵਿੱਚ ਵੀ $12,000 ਦੀ ਪੇਮੈਂਟ ਗਈ ਹੈ, ਜਿਸ ਤੋਂ ਬਾਅਦ ਇੱਕਦਮ ਉਹਨਾਂ ਨੂੰ ਸਾਰੀ ਪੇਮੈਂਟ ਵਾਪਸ ਬਾਅਦ 'ਚ ਕਰਨੀ ਪਵੇਗੀ। ਅਤੇ ਇਸ ਦੌਰਾਨ ਜਿਹੜੇ ਜ਼ਿਆਦਾ ਕਾਨੂੰਨ ਦੀ ਉਲੰਘਣਾ ਕਰਦੇ ਇਸ ਵਿੱਚ ਜਾਪੇ ਤਾਂ ਉਸ ਵਿੱਚ ਉਹਨਾਂ ਨੂੰ ਇਸ ਦੇ ਉੱਤੇ ਫਾਈਨ ਵੀ ਲੱਗੇਗਾ ਅਤੇ ਉਹ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਿੰਨੇ ਫੀਸਦ ਉਸ ਪੇਮੈਂਟ ਦਾ ਕਰਕੇ ਉਹਨਾਂ ਨੂੰ ਵਾਪਸ ਕਰਨਾ ਪਵੇਗਾ। ਹੁਣ ਜਦੋਂ CERB ਦਿੱਤਾ ਜਾ ਰਿਹਾ ਤਾਂ ਜਿਹੜੇ ਵਿਅਕਤੀ ਐਲੀਜੀਬਲ ਨਹੀਂ ਹੈਗੇ ਉਹਨਾਂ ਕੋਲ ਆ ਗਿਆ ਪਰ ਉਹ ਵਾਪਸ ਵੀ ਮੋੜ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ਼ ਕਿਹਾ ਸੀ ਕਿ ਜੋ ਐਲੀਜੀਬਲ ਨਹੀਂ ਨੇ
ਉਹਨਾਂ ਨੂੰ ਇਹ ਫੰਡ ਮਿਲ ਗਿਆ ਹੈ ਤੇ ਉਹ ਵਾਪਸ ਮੋੜ ਦੇਣ। ਤੇ ਵਾਪਸ ਮੋੜਨ ਦੀ ਪ੍ਰਕਿਰਿਆ ਵੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਜਦੋਂ CRA ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾਵੋਗੇ ਤਾਂ ਉੱਥੇ ਜਾਣਕਾਰੀ ਇਸ ਦੇ ਬਾਰੇ ਲੈ ਸਕਦੇ ਹੋ, ਕਿਉਂਕਿ ਇਸੇ ਸਮੇਂ ਵਾਪਸ ਕਰ ਦੇਵੋਗੇ ਤਾਂ ਵਧੀਆ ਹੈ। ਬਾਅਦ ਵਿੱਚ ਫਾਈਨ ਵੀ ਦੇਣਾ ਪੈ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਦੁੱਗਣੀ ਜਾਂ ਫਿਰ 2.5 ਗੁਣਾ ਕੀਮਤ 'ਤੇ ਜਾ ਕੇ ਤੁਹਾਨੂੰ ਜਿਹੜੇ ਇਹ ਫੰਡ ਹੈ ਵਾਪਸ ਕਰਨਾ ਪਵੇ। ਤਾਂ ਇਸ ਦੇ ਵਿੱਚ ਤੁਸੀਂ ਆਪਣੇ ਆਲੇ ਦੁਆਲੇ ਵੀ ਜਿੰਨੇ ਜਣਿਆਂ ਨੂੰ ਹੋ ਸਕਦਾ ਹੈ ਜਾਣਕਾਰੀ ਦੇ ਸਕਦੇ ਹੋ ਕਿ ਜੇਕਰ ਬਿਨਾਂ ਯੋਗਤਾ ਰੱਖਦੇ ਹੋਏ ਕਿਸੇ ਨੇ ਇਹ ਮਦਦ ਲੈ ਲਈ ਹੈ ਕਿ ਇਸ ਵਕਤ ਤਾਂ ਸਰਕਾਰ ਦੇ ਵੱਲੋਂ ਨਹੀਂ ਦੇਖਿਆ ਜਾ ਰਿਹਾ ਕਿ ਤੁਸੀਂ ਐਲੀਜੀਬਲ ਹੋ ਜਾਂ ਨਹੀਂ, ਬਸ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋ ਉਸੇ 'ਤੇ ਭਰੋਸਾ ਕਰਕੇ ਸਰਕਾਰ ਮਦਦ ਕਰ ਰਹੀ ਹੈ, ਪਰ ਬਾਅਦ ਵਿੱਚ ਇਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਅਤੇ ਇਸੇ ਸਮੇਂ ਵਾਪਸ ਕਰ ਦੇਵੋਗੇ ਤਾਂ ਭਵਿੱਖ ਵਿੱਚ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਮੋਟਰਸਾਈਕਲ ਚਾਲਕਾਂ ਨੂੰ ਜਾਗਰੂਕ ਕਰਨ ਵਾਸਤੇ ਕੀ ਜਾਣਕਾਰੀ ਜਾਰੀ ਕੀਤੀ ਹੈ। ਦਰਅਸਲ ਮਈ ਮਹੀਨੇ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੋਟਰਸਾਈਕਲ ਚਾਲਕਾਂ ਨੂੰ ਜਾਗਰੂਕ ਕਰਨ ਵਾਸਤੇ ਮਨਾਇਆ ਜਾ ਰਿਹਾ ਹੈ ਤੇ ਇਸੇ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਈ ਮਹੀਨੇ ਨੂੰ ਮੋਟਰਸਾਈਕਲ ਸੇਫਟੀ ਅਵੇਅਰਨੈਸ ਮੰਥ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਮੋਟਰਸਾਈਕਲ ਚਾਲਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਖਾਸ ਤੌਰ ਦੇ ਉੱਤੇ ਯਾਦ ਕਰਵਾਇਆ ਜਾਂਦਾ ਹੈ ਕਿ ਬੇਸ਼ੱਕ ਇਸ ਮੌਕੇ ਮੌਸਮ ਵਧੀਆ ਹੋ ਜਾਂਦਾ ਇਸ ਮਹੀਨੇ ਵਿੱਚ, ਜਿਸ ਦੌਰਾਨ ਮੋਟਰਸਾਈਕਲ ਚਾਲਕ ਆਪਣੇ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹੋਏ ਸੜਕਾਂ ਦੇ ਉੱਤੇ ਉਤਰਦੇ ਨੇ, ਪਰ ਇਸ ਦੌਰਾਨ ਜਦੋਂ ਮੌਸਮ ਖਰਾਬ ਹੋਵੇ ਉਸ ਮੌਕੇ ਖਾਸ ਤੌਰ ਦੇ ਉੱਤੇ ਮੋਟਰਸਾਈਕਲ ਨਾ ਚਲਾਉਣ ਦੇ ਬਾਰੇ ਕਿਹਾ ਗਿਆ ਹੈ। ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਵੀ ਸੜਕ ਦੇ ਉੱਤੇ ਮੋਟਰਸਾਈਕਲ ਚਾਲਕ ਜਾ ਰਹੇ ਹੋਣ ਤਾਂ ਦੂਜੇ ਵਾਹਨ ਵੀ ਇਸ ਮੌਕੇ ਧਿਆਨ ਰੱਖਣ। ਮੋਟਰਸਾਈਕਲਾਂ ਨਾਲੋਂ ਆਪਣੀ ਵਿੱਥ ਬਣਾ ਕੇ ਰੱਖਣ ਦੇ ਵਾਸਤੇ ਵਾਹਨਾਂ ਨੂੰ ਕਿਹਾ ਗਿਆ ਤੇ ਮੋਟਰਸਾਈਕਲ ਚਾਲਕਾਂ ਨੂੰ ਵੀ ਜਾਗਰੂਕ ਕਰਨ ਵਾਸਤੇ ਉਹਨਾਂ ਨੂੰ ਇਸ ਮਹੀਨੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਖਾਸ ਤੌਰ ਦੇ ਉੱਤੇ ਜਦੋਂ ਉਹ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੇ ਹੋਣ ਤਾਂ ਸਵੇਰ ਤੇ ਸ਼ਾਮ ਦੇ ਸਮੇਂ ਖਾਸ ਸੜਕਾਂ ਦੇ ਉੱਤੇ ਜਾਨਵਰਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਕਿਉਂਕਿ ਮੋਟਰਸਾਈਕਲ ਚਾਲਕ ਜਦੋਂ ਕਾਫੀ ਤੇਜ਼ੀ ਨਾਲ ਜਾ ਰਹੇ ਹੁੰਦੇ ਨੇ ਤਾਂ ਉਸ ਦੌਰਾਨ ਜੇਕਰ ਕਦੇ ਕੋਈ ਹਾਦਸਾ ਵਾਪਰ ਵੀ ਜਾਵੇ ਉਹ ਕਾਫੀ ਜ਼ਿਆਦਾ ਭਿਆਨਕ ਸਾਬਤ ਹੁੰਦਾ ਹੈ। ਤੇ ਇਹੋ ਦਿਨ ਨੇ ਜਦੋਂ ਮੋਟਰਸਾਈਕਲ ਚਾਲਕਾਂ ਨਾਲ ਹਾਦਸੇ ਵਾਪਰਨ ਦੇ ਮਾਮਲੇ ਵੀ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੇ ਨੇ, ਜਿਸ ਕਰਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਉਹ ਜਾਗਰੂਕ ਰਹਿਣ ਤੇ ਆਪਣੇ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਸੜਕ ਦੇ ਉੱਤੇ ਦੂਜੇ ਚਾਲਕਾਂ ਦਾ ਧਿਆਨ ਰੱਖਿਆ ਜਾਵੇ। ਕੈਨੇਡਾ ਭਰ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਅਸੌਲਟ ਵੈਪਨ ਬੈਨ ਕਰ ਦਿੱਤੇ ਗਏ ਨੇ ਤੇ ਜੋ ਬੈਨ ਕੀਤੇ ਗਏ ਨੇ ਹਥਿਆਰ ਉਹਨਾਂ ਦੀ ਸੂਚੀ ਕੈਨੇਡਾ ਗੈਜਟ ਦੇ ਉੱਤੇ ਜਾਰੀ ਵੀ ਕੀਤੀ ਗਈ ਹੈ, ਜਿਸ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਜੇਕਰ ਕਿਸੇ ਕੋਲ ਲਾਇਸੈਂਸ ਵਾਲੇ ਵੀ ਇਹ ਸਾਰੇ ਹਥਿਆਰ ਮੌਜੂਦ ਨੇ ਜਾਂ ਇਹਨਾਂ 'ਚੋਂ ਕੋਈ ਵੀ ਹਥਿਆਰ ਮੌਜੂਦ ਹੈ ਜੋ ਉਸ ਸੂਚੀ ਦੇ ਵਿੱਚ ਸ਼ਾਮਲ ਹੈ ਤਾਂ ਉਹ ਬੈਨ ਹੋ ਗਏ ਨੇ। ਤੇ ਇਸ ਸੰਬੰਧੀ ਜਿਨ੍ਹਾਂ ਕੋਲ ਲਾਇਸੈਂਸ ਵਾਲੇ ਹਥਿਆਰ ਹੈਗੇ ਨੇ ਤਾਂ ਉਸ ਦੇ ਵਾਸਤੇ ਉਹਨਾਂ ਨੂੰ ਮਦਦ ਵੀ ਸਰਕਾਰ ਵੱਲੋਂ ਵਿੱਤੀ ਤੌਰ ਦੇ ਉੱਤੇ ਦਿੱਤੀ ਜਾਵੇਗੀ ਤੇ ਉਹਨਾਂ ਨੂੰ 2 ਸਾਲ ਦਾ ਸਮਾਂ ਦਿੱਤਾ ਜਾਵੇਗਾ ਕਿ ਉਹ ਉਹਨਾਂ ਹਥਿਆਰਾਂ ਨੂੰ ਦੇ ਦੇਣ ਵਾਪਸ ਤੇ ਉਹ ਉਹਨਾਂ ਹਥਿਆਰਾਂ ਨੂੰ ਨਾ ਅੱਗੇ ਵੇਚ ਸਕਦੇ ਨੇ ਤੇ ਨਾ ਹੀ ਉਹਨਾਂ ਹਥਿਆਰਾਂ ਨਾਲ ਕੋਈ ਹੋਰ ਉਸ ਦੀ ਵਰਤੋਂ ਕਰ ਸਕਦੇ ਨੇ। These tragedies reverberate still. They shape our identity. They stain our conscience. They make adults out of children. And the heartbreaking truth is they're happening more often than they once did. With each passing year, more families are ripped apart by tragedy. More parents are struggling to explain the inexplicable to their kids. And more teenagers are growing up in a world where gun violence is normalized. It needs to stop. Last week, 22 Canadians were killed in the deadliest rampage in our country's history. They were nurses and teachers, correctional officers and RCMP officers. They were someone's child, someone's best friend, someone's partner. Their families deserve more than thoughts and prayers. Canadians deserve more than thoughts and prayers. Today, we are closing the market for military-grade assault weapons in Canada. We are banning 1,500 models and variants of these firearms by way of regulations. These weapons were designed for one purpose and one purpose only: to kill the largest number of people in the shortest amount of time. There is no use and no place for such weapons in Canada. For many families, including many Indigenous people, firearms are part of traditions passed down through generations.
and the vast majority of gun owners use them safely, responsibly, and in accordance with the law, whether it be for work, sport shooting, for collecting, or for hunting. But you don't need an AR-15 to bring down a deer. So, effective immediately, it is no longer permitted to buy, sell, transport, import, or use military-grade assault weapons in this country. To protect law-abiding gun owners from criminal liability until they can take steps to comply with this new law, there will be a 2-year amnesty period, and we will legislate fair compensation. Now, I want to take a moment to recognize the leadership of Minister Blair on this file. Tackling gun violence has been a personal and professional priority of his for decades. He's done incredible work to make this policy a reality, and we are here today thanks to his leadership and to the leadership of people like him. Merci bien. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੋਂ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕੋਰੋਨਾ ਵਾਇਰਸ ਸੰਬੰਧੀ ਅੰਕੜੇ, ਕਿੰਨੇ ਹੋਏ ਮਰੀਜ਼, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਮੁੜ ਤੋਂ ਹੋਏ ਠੀਕ। ਐਲਬਰਟਾ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਜਿਸ ਦੇ ਨਾਲ ਪਤਾ ਲੱਗੇਗਾ ਕਿੱਥੇ ਮੌਜੂਦ ਹੈ ਕੋਰੋਨਾ ਵਾਇਰਸ ਦਾ ਮਰੀਜ਼। ਦੱਸਾਂਗੇ ਅਹਿਮ ਗੱਲਾਂ ਜੋ ਇਸ ਐਪ ਦੇ ਬਾਰੇ ਜਾਣਨੀਆਂ ਬੇਹੱਦ ਜ਼ਰੂਰੀ। ਵਿੰਡਸਰ ਰਿਫਿਊਜੀ ਵੈਲਕਮ ਸੈਂਟਰ ਤੋਂ ਜਾ ਸਕਦੀਆਂ ਨੇ ਕਈ ਨੌਕਰੀਆਂ ਤੇ ਕਈ ਹੋ ਸਕਦੇ ਨੇ ਬੇਘਰ। ਵਿੱਤੀ ਪੱਧਰ ਤੇ ਵੱਡੀ ਚੁਣੌਤੀ। ਥੰਡਰ ਬੇ ਵਿੱਚ ਵਾਲਮਾਰਟ ਦੇ ਕਾਮੇ ਨੂੰ ਹੋਇਆ ਕੋਰੋਨਾ ਵਾਇਰਸ। ਵਸਨੀਕਾਂ ਦੇ ਲਈ ਜਾਣਕਾਰੀ ਸਮੇਤ ਚੇਤਾਵਨੀ ਜਾਰੀ। ਨੋਵਾ ਸਕੋਸ਼ੀਆ ਵਿੱਚ ਅੱਜ ਤੋਂ ਖੁੱਲ੍ਹ ਗਏ ਨੇ ਕਈ ਬਿਜ਼ਨਸ ਤੇ ਪਾਰਕਾਂ। ਸਟੀਵ ਨੈਸ਼ ਫਿਟਨੈਸ ਕਲੱਬ ਬੰਦ ਹੋਣ ਦੇ ਬਾਵਜੂਦ ਮੈਂਬਰਸ ਦੀ ਘੱਟ ਰਿਹਾ ਫੀਸ। ਦੂਜੇ ਪਾਸੇ ਖੁਦ ਨੂੰ ਦੀਵਾਲੀਆ ਐਲਾਨਣ ਲਈ ਅਰਜ਼ੀ ਦੇ ਚੁੱਕੀ ਹੈ ਕੰਪਨੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੀ $1000 ਦੀ ਮਦਦ ਦਿੱਤੀ ਜਾਣੀ ਸ਼ੁਰੂ। ਦੱਸਾਂਗੇ ਕਿਵੇਂ ਕਰਨਾ ਹੈ ਅਪਲਾਈ। CERB ਲਈ ਯੋਗਤਾ ਨਾ ਰੱਖਣ ਤੇ ਵੀ ਅਪਲਾਈ ਕਰ ਰਹੇ ਨੇ ਲੋਕ। ਬਾਅਦ ਵਿੱਚ ਕਰਨਾ ਪੈ ਸਕਦਾ ਹੈ ਮੋਟਾ ਭੁਗਤਾਨ। ਮੋਟਰਸਾਈਕਲ ਚਾਲਕਾਂ ਦੇ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅਹਿਮ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।